पूरी दुनिया में चर्चा का विषय होया है उस मुद्दे उत्ते ही गलबात करांगे। और एक हैरानी की गल यह है कि हुण पता लग्या है कि जिहड़े रिटायर्ड IAS ऑफिसर ने उन्होंने भी किसान अंदोलन को समर्थन दिता है। उस बाबत ही अज साडे स्टूडियो विच मेहमान के तौर के उत्ते 2 ਜ਼ਿਲ੍ਹਿਆਂ के कमिश्नर ते 3 ਜ਼ਿਲ੍ਹਿਆਂ के डिप्टी कमिश्नर रह चुके सरदार कुलबीर सिंह सिद्धू ਜਿਹੜੇ ਕਿ ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ। ਉਹ ਇੱਕ ਬਹੁਤ ਵਧੀਆ ਲਿਖਾਰੀ ਵੀ ਨੇ ਔਰ 9 ਦੇ ਕਰੀਬ ਉਹਨਾਂ ਦੀਆਂ ਕਿਤਾਬਾਂ ਪੰਜਾਬ ਦੇ ਵੱਖ-ਵੱਖ ਮਸਲਿਆਂ ਦੇ ਉੱਤੇ, ਧਰਮ ਦੇ ਉੱਪਰ ਔਰ ਸਿਆਸਤ ਉੱਤੇ ਆ ਚੁੱਕੀਆਂ ਨੇ। ਸੋ ਉਹਨਾਂ ਨਾਲ ਹੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਿੱਧੂ ਸਾਹਿਬ ਦਾ ਅਸੀਂ ਸਵਾਗਤ ਕਰਦੇ ਹਾਂ। ਸਿੱਧੂ ਸਾਹਿਬ, ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਕਮਲ, ਬਹੁਤ ਬਹੁਤ ਮਿਹਰਬਾਨੀ ਔਰ ਮੇਰੇ ਵੱਲੋਂ ਤੁਹਾਡੇ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਿੱਧੂ ਸਾਹਿਬ, ਗੱਲ ਪਹਿਲੀ ਇਹ ਆਉਂਦੀ ਹੈ ਕਿ ਦੇਖੋ, ਇੱਕ ਅਸੀਂ ਜਦੋਂ ਕਿਸੇ ਡਿਪਟੀ ਕਮਿਸ਼ਨਰ ਦੀ ਗੱਲ ਕਰਦੇ ਹਾਂ ਜਾਂ ਅਸੀਂ ਕਮਿਸ਼ਨਰ ਦੀ ਗੱਲ ਕਰਦੇ ਹਾਂ, ਤਮਾਮ ਉਮਰ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਦੋਂ ਆਮ ਲੋਕ ਜਿਹੜੇ ਉਹ ਬੜੇ ਚੱਲਦੇ ਹੁੰਦੇ ਆ ਔਰ DC ਅਗਰ ਸਾਹਮਣੇ ਕਿਤੇ ਦਫ਼ਤਰ ਜਾਣਾ ਪੈ ਜਾਏ ਤੇ ਉਹ ਬੜੇ ਹੱਥ ਜੋੜ ਕੇ ਜਾਂ ਬੜੇ ਡਰਦੇ ਹੋਏ ਅੰਦਰ ਜਾਂਦੇ ਆ। ਪਰ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜਾ ਇੱਕ ਉਹ ਪਾੜਾ ਰਿਹਾ ਆਮ ਲੋਕਾਂ ਦੇ ਵਿੱਚ, ਕਿਉਂਕਿ ਉਹਨਾਂ ਨੇ ਰਾਜਾ ਮਹਾਰਾਜੇ ਦੇ ਬਰਾਬਰ ਬਹਿਣਾ ਔਰ ਰੈਂਕ ਵੀ ਅੰਗਰੇਜ਼ਾਂ ਵੇਲੇ ਤੋਂ ਇਹੀ ਚੱਲਦਾ ਆ ਰਿਹਾ ਸੀ, ਪਰ ਹੁਣ ਇੱਕੋ ਨਾ ਵੀ ਜਿਹੜੇ ਸਮਰਥਨ ਦੇਣ ਦੀ ਗੱਲ ਆਈ ਹੈ, ਕਿਵੇਂ ਇਹ ਖਿਆਲ ਆਇਆ? ਔਰ ਬਹੁਤ ਸੋਹਣੀ ਗੱਲ ਹੈ ਕਮਲ ਕਿ ਤੁਸੀਂ ਆਮ ਜਨ ਸਧਾਰਨ ਲੋਕਾਂ ਦੀ, ਸਮਾਜ ਦੀ, ਇੱਥੇ ਮੈਂ ਸ਼ਬਦ ਇੱਕ ਐਡ ਕਰਦਾ ਜਿਸ ਵਿੱਚੋਂ ਅਸੀਂ ਆਏ, ਉਸ ਦੀ ਤਰਜਮਾਨੀ, ਸਹੀ ਤਰਜਮਾਨੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਸਰਕਾਰਾਂ ਦੀ ਸਾਈਡ 'ਤੇ ਰਹਿੰਦੇ ਹਾਂ, ਬਿਲਕੁਲ ਸੱਚ ਹੈ। ਪਾੜੇ ਦੀ ਗੱਲ ਕਰਦੇ ਹੋ, ਪਾੜਾ ਵੀ ਹੈ। ਜੇ ਪਾੜਾ ਨਹੀਂ ਵੀ ਤਾਂ ਇੱਕ ਫਾਸਲਾ ਜ਼ਰੂਰ ਹੁੰਦਾ। ਅੱਛਾ, ਉਹ ਪ੍ਰੋਟੋਕੋਲ ਹੁੰਦੀ ਹੈ, ਉਹ ਪ੍ਰੋਫੈਸ਼ਨਲ ਡਿਸਿਪਲਿਨ ਹੁੰਦਾ, ਉਹ ਕੰਡਕਟ ਰੂਲ ਹੁੰਦੇ ਸਾਡੇ। ਪਰ ਮੈਂ ਜਿਹੜੀ ਇਹ ਸਾਰੀ ਸਮੱਸਿਆ ਨੂੰ ਸਮਝਾਉਣਾ ਚਾਹਾਂਗਾ ਨਾ ਬੜਾ ਸਿੱਧੇ ਸ਼ਬਦਾਂ 'ਚ, ਪੰਜਾਬੀ ਧਰਾਤਲ ਦਾ ਹੋਣ ਕਰਕੇ ਤੇ ਪੰਜਾਬੀ ਮੁਹਾਵਰੇ ਨਾਲ, ਜਿਹਨੂੰ ਪੰਜਾਬੀ ਈਡੀਅਮ ਕਹਿੰਦੇ ਆ, ਪੰਜਾਬੀ ਮੈਟਾਫਰ ਦੇ 'ਚ ਤੁਹਾਡੀ ਗੱਲ ਨੂੰ ਸਮਝਾਉਣ ਦੇ ਗਰਜ਼ ਨਾਲ ਮੈਂ ਇਹ ਕਹਿਣਾ ਚਾਹਾਂਗਾ ਕਿ ਕੀ ਮੇਰੇ ਵੀਰ ਪੰਜਾਬ ਦੇ ਵਿੱਚ ਜੰਮ ਕੇ ਕੋਈ ਪੰਜਾਬੀ ਮਾਂ ਬਾਪ ਦੇ ਅਸੀਂ ਪੁੱਤਰ ਨਹੀਂ ਹੋਵਾਂਗੇ? ਫਿਰ ਰਿਸ਼ਤਿਆਂ ਦੇ ਵਿੱਚ ਕੀ ਕਿਸੇ ਦੇ ਅਸੀਂ ਭੈਣ ਭਾਈ ਨਹੀਂ ਹੋਵਾਂਗੇ? ਫਿਰ ਕੀ ਅਸੀਂ ਰਿਸ਼ਤੇਦਾਰੀਆਂ 'ਚ, ਸਾਂਝਾਂ 'ਚ, ਦੋਸਤੀਆਂ 'ਚ ਤੁਹਾਡੇ ਹਿੱਸਾ ਨਹੀਂ? ਕੱਲ੍ਹ ਨਹੀਂ ਸੀ ਅਸੀਂ ਹਿੱਸਾ ਜਾਂ ਅੱਜ ਅਸੀਂ ਨਹੀਂ ਹਿੱਸਾ? ਹਾਂ, ਤੁਹਾਡੀ ਗੱਲ ਇੱਥੇ ਆ ਕੇ ਨਾ ਤੁਸੀਂ ਗਲਤ ਨਾ ਮੈਂ ਗਲਤ, ਦੋਨੋਂ ਠੀਕ। ਤਾਂ ਉਸ ਦਾ ਗੱਲ ਦਾ ਸੁਮੇਲ ਇੱਥੇ ਬੈਠਦਾ ਹੈ ਕਿ ਨੁਕਤੇ ਕੇ हेर फेर ने खुदा को जुदा किया। ਬਿਲਕੁਲ। ਤਾਂ ਉਹ ਜਿਹੜਾ ਇੱਕ ਨੁਕਤਾ ਹੈ ਨਾ ਉਰਦੂ ਜ਼ਬਾਨ ਦੇ 'ਚ, ਹੁਣ ਨਹੀਂ ਸਮਝ ਆਉਣੀ, ਜੇ ਉਹ ਕਹਿੰਦੇ ਆ ਸਿਆਣੇ ਜਿਨ੍ਹਾਂ ਨੂੰ ਉਰਦੂ ਆਉਂਦਾ ਹੈ, ਜੇ ਉਹ ਖੁਦਾ ਦੇ ਥੱਲੇ ਨੁਕਤਾ ਨਾ ਲਾਉਣ ਤਾਂ ਉਹ ਜੁਦਾ ਹੋ ਜਾਂਦਾ, ਅਲੱਗ ਹੋ ਜਾਂਦਾ। ਤਾਂ ਉਹ ਅਸੀਂ ਬਈ ਨੁਕਤੇ ਦੇ हेर फेर ਨਾਲ ਥੋੜ੍ਹਾ ਦੂਰ ਹੋਏ ਹਾਂ। ਔਰ ਉਹ ਪ੍ਰੋਫੈਸ਼ਨਲੀ, ਤੁਹਾਡੇ ਵੀ ਪ੍ਰੋਫੈਸ਼ਨਲ ਪ੍ਰੋਟੋਕੋਲ ਹੈ, ਸਾਡੀ ਵੀ ਹੈ, ਉਸ 'ਚ ਦੂਰ ਹੋਏ ਹੈ ਦਿਲੋਂ ਤਨੋਂ ਮਨੋਂ। ਤਾਂ ਮੇਰੇ ਵੀਰ, ਜਦੋਂ ਡਿਪਟੀ ਕਮਿਸ਼ਨਰ ਪਿੰਡ ਜਾਂਦਾ ਸੀ ਤੇ ਆਪਣੇ ਪਾਪਾ ਜੀ ਦੇ ਪੈਰੀਂ ਹੱਥ ਉਵੇਂ ਲਾਉਂਦਾ ਸੀ ਜਿਵੇਂ ਸ਼ਾਇਦ ਕੋਈ ਪਿੰਡ ਵਾਲਾ ਬਰਖੁਰਦਾਰ ਨਾ ਲਾਉਂਦਾ ਹੋਵੇ। ਠੀਕ ਹੈ? ਤਾਂ ਬਸ ਇਸ ਗੱਲ ਨੂੰ ਤੁਸੀਂ ਸਮਝ ਲਓ ਵੀ ਅਸੀਂ ਨਾ ਤੁਹਾਡੇ ਨਾਲ ਕਦੇ ਦੂਰ ਸੀ, ਨਾ ਕਦੇ ਦੂਰ ਹੋਏ। ਹਾਂ, ਕੁਛ ਜਿਹਨੂੰ ਤੁਸੀਂ ਕਹਿੰਦੇ ਹੋ ਨਾ ਵੀ ਇੱਕ ਗੰਦੀ ਮੱਛੀ ਵੀ ਕਈ ਵਾਰੀ ਤਲਾਬ ਨੂੰ ਖਰਾਬ ਕਰ ਦਿੰਦੀ ਹੈ, ਉਹ ਤਲਾਬ ਦੇ ਰੈਪੂਟੇਸ਼ਨ ਨੂੰ ਖਰਾਬ ਕਰ ਦਿੰਦੀ ਹੈ। ਤਾਂ ਉਸ ਤਰ੍ਹਾਂ ਦੀ ਕੋਈ ਕਾਣਗਿਆਰੀ ਆ ਜਾਂਦੀ ਹੈ ਕਦੇ ਕਦੇ ਵੀਰ। ਤਾਂ ਉਸ ਨਾਲ ਫਿਰ ਸਾਰੇ ਅਫਸਰ ਕਦੇ ਉਹ ਬੜੇ ਆਕੜ ਖੋਰਾਂ ਦੇ ਤੌਰ 'ਤੇ ਦੇਖੇ ਜਾਂਦੇ ਹੈ, ਅਕਸਰ ਇੱਦਾਂ ਹੀ ਹੁੰਦਾ। ਕਦੇ ਉਹ ਬੜੇ ਜਿਹਨੂੰ ਤੁਸੀਂ ਕਹੋਗੇ ਵੀ ਜਨਾਬੀ ਦੇ ਰੂਪ 'ਚ ਦੇਖੇ ਜਾਂਦੇ ਆ। ਠੀਕ ਹੈ? ਪਰ ਸਾਰੇ ਨਹੀਂ ਹੁੰਦੇ। ਠੀਕ ਹੈ? ਸਾਰੇ ਬਣ ਕਿਵੇਂ ਜਾਂਦੇ ਆ? ਆਪਾਂ ਸਾਰਾ ਫਤਵਾ ਨਾ ਸਾਰੇ ਇੱਕ ਕਾਡਰ 'ਤੇ, ਇੱਕ ਸਮਾਜ 'ਤੇ ਮੜ੍ਹ ਦਿੰਦੇ ਹਾਂ।
ਉਹ ਕਿਉਂ ਮੜਦੇ ਨੇ? ਨੁਕਤਾਚੀਨੀ ਵੀ ਨਾ ਸਾਡਾ ਤੇ ਸਿਰੇ ਦੀ ਨੁਕਤਾਚੀਨੀ ਸਾਡਾ ਖਾਸਾ ਹੈ। ਉਹ ਖਾਸਾ ਵੀ ਸਾਡੀ ਦੇਰ ਦੀ ਗੁਲਾਮੀ ਕਰਕੇ ਅਹਿਸਾਸੇ ਕਮਤਰੀ ਕਹਿੰਦੇ ਕਿ ਇਨਫੀਰੀਅਰਿਟੀ ਕੰਪਲੈਕਸ। ਜਿਹੜਾ ਕੁਲਬੀਰ ਸਿੰਘ ਦਾ ਭਰਾ ਹੈ ਨਾ, ਸਕਾ ਭਰਾ, ਜਦੋਂ ਉਹ ਦੇਖਦਾ ਵੀ ਬਾਈ ਦੀ ਬੜੀ ਚੜ੍ਹਤ ਹੋ ਗਈ ਤੇ ਉਹ ਕਹਿੰਦਾ ਲੈ ਇਹਨੂੰ ਇੰਨਾ ਹੀ ਗੱਲ ਹੀ ਪੁੱਛਦੇ, ਵੱਡਾ DC ਬਣਿਆ ਫਿਰਦਾ। ਸਰੋਂ ਤੇ ਤੋਰੀਏ 'ਚ ਕੀ ਫਰਕ ਹੁੰਦਾ? ਤੇ ਕੁਲਬੀਰ ਸਿੰਘ ਨੂੰ ਖੇਤੀ ਛੱਡੀ ਨੂੰ 30 ਸਾਲ ਹੋਏ ਹੁੰਦੇ ਆ, ਉਹਨੂੰ ਸਰੋਂ ਤੇ ਤੋਰੀਏ ਦਾ ਨਹੀਂ ਪਤਾ ਹੁੰਦਾ। ਉਹ ਕਿੱਥੇ ਦੱਸ ਦੇਣ। ਅੱਛਾ, ਕੁਛ ਬਾਹਰਲੀਆਂ ਸਰਵਿਸਿਜ਼ ਦੇ ਜਿਹੜੇ ਬਾਹਰਲੇ ਪ੍ਰਦੇਸ਼ਾਂ ਦੇ ਬੰਦੇ ਆਏ ਆ, ਉਹਨਾਂ ਨੂੰ ਜੌਂ ਕਣਕ ਦਾ ਨਹੀਂ ਪਤਾ ਹੁੰਦਾ, ਤੇ ਉਹ ਗੱਲ ਬਣ ਜਾਂਦੀ ਹੈ ਜਿਹੜੀ ਤੁਸੀਂ ਕਹਿੰਦੇ ਹੋ ਵੀ ਉਹ ਪਾੜਾ ਐਡਾ ਵੱਡਾ ਹੋ ਜਾਂਦਾ, ਤੇ ਫਿਰ ਉਹਨੂੰ ਪਾੜੇ ਨੂੰ ਦੂਰ ਕਰਨ ਦੀ ਕੋਸ਼ਿਸ਼ ਨਹੀਂ ਹੁੰਦੀ। ਤਾਂ ਹੁਣ ਤੁਸੀਂ ਪੁੱਛੋ ਵੀ ਅੱਜ ਤੁਹਾਨੂੰ ਚਿੰਤਾ ਤਾਂ ਨਹੀਂ ਕਹੂੰਗਾ, ਕਿਉਂਕਿ ਮੈਂ ਪਹਿਲਾਂ ਵੀ ਇੱਕ TV ਇੰਟਰਵਿਊ ਤੇ ਗਿਆ ਤੇ ਉਹਨਾਂ ਨੇ ਵੀ ਇਹ ਇੱਕ ਖਦਸ਼ਾ ਵੀ ਇਹ ਜੀ ਤੁਹਾਨੂੰ ਹੇਜ ਕਿਵੇਂ ਆਇਆ ਹੁਣ ਇੱਕਦਮ? ਹਾਂ ਬਿਲਕੁਲ, ਇਹੀ ਤਾਂ ਮਨ ਚ ਆਈ ਗੱਲ ਵੀ ਕਿਉਂ, ਕਿਸ ਤਰੀਕੇ ਤੁਸੀਂ ਮਤਲਬ ਆਏ। ਤੇ ਤੁਹਾਡੇ ਤਾਂ ਪਤਾ ਨਹੀਂ ਉਹਨਾਂ ਸ਼ੰਕਾ ਸ਼ੁਭਾ ਹੈ ਕਿ ਨਹੀਂ। ਉਹਨਾਂ ਦਾ ਸ਼ੰਕਾ ਸ਼ੁਭਾ ਇਹ ਸੀ ਵੀ ਤੁਸੀਂ ਕਿਤੇ ਸਰਕਾਰ ਦੇ ਹੀ ਤਾਂ ਪਲਾਂਟ ਕੀਤੇ ਹੋਏ। ਬਿਲਕੁਲ, ਉਹ ਜਿਹੜੇ ਕਹਿੰਦੇ ਏਜੰਸੀਆਂ ਦੇ, ਕਿਤੇ ਤੁਸੀਂ ਜਨਾਬ ਏਜੰਸੀਆਂ ਵਾਲੇ ਤਾਂ ਨਹੀਂ। ਕਿਉਂਕਿ ਜਦੋਂ ਆਮ ਸਾਰੇ ਸਾਡੇ ਲੋਕ ਜਦੋਂ ਦੇਖਣਗੇ ਕਿਸਾਨ ਅੰਦੋਲਨ ਨਾਲ ਜੁੜੇ, ਉਹਨਾਂ ਨੂੰ ਐਂ ਲੱਗੂਗਾ ਵੀ ਕਿਤੇ ਇਹ ਨਾ ਹੋਵੇ ਵੀ ਸਰਕਾਰ ਦੀ ਹੀ ਕੋਈ ਚਾਲ ਹੋਵੇ ਵੀ ਇਹ ਕਿਉਂ ਸਮਰਥਨ ਦੇ ਰਿਹਾ। ਇਸ ਤੋਂ ਅੱਗੇ ਮੈਂ ਫਿਰ ਤੁਹਾਨੂੰ ਦੱਸੂਗਾ ਕਿ ਰਾਜੇਵਾਲੇ ਸਾਹਿਬ ਨਾਲ ਜਾਂ ਜਿਹੜੇ ਉੱਥੇ ਵੀ ਸਾਡੇ ਕੁਛ ਜਿਹੜੇ ਸਾਡੇ ਕਿਸਾਨਾਂ ਦੇ ਇਸ ਵੇਲੇ ਜਥੇਦਾਰ ਹੈ, ਲੀਡਰ ਹੈ, ਲੀਡਰ ਨਹੀਂ ਮੈਂ ਕਹੂੰਗਾ, ਲੀਡਰਾਂ ਨੂੰ ਉਹਨਾਂ ਨੇ ਤਿਰਸਕਾਰ ਕਰ ਦਿੱਤਾ। ਮੈਂ ਜਥੇਦਾਰੀ ਕਹੂੰਗਾ, ਮੋਢੀ ਕਹੂੰਗਾ, ਮੋਹਰੀ ਕਹਾਂਗਾ। ਤੇ ਉਹਨਾਂ ਦੇ ਨਾਲ ਜਿਹੜੀ ਮੇਰੀ ਕਨੈਕਟਿਵਿਟੀ ਹੈ, ਉਹਦੇ ਵਿੱਚ ਉਹਨਾਂ ਨੇ ਮੇਰੇ ਨਾਲ ਜਿਹੜੀਆਂ ਗੱਲਾਂ ਕੀਤੀਆਂ ਆਪਾਂ ਬਾਅਦ 'ਚ ਕਰਾਂਗੇ ਜੀ। ਤੇ ਇਹਦੇ ਵਿੱਚ ਹੁਣ ਜੇ ਆਪਾਂ ਗੱਲ ਕਰੀਏ ਕਿ ਰਿਟਾਇਰਡ IAS ਅਫਸਰਾਂ ਦੀ ਆਪਾਂ ਗੱਲ ਕਰਦੇ ਕਿ ਸਮਰਥਨ ਦਿੱਤਾ, ਇਕੱਲੇ ਪੰਜਾਬ ਸੂਬੇ ਨਾਲ ਸੰਬੰਧਿਤ ਹੈ ਕਿ ਹੋਰ ਰਾਜਾਂ ਦੇ ਜਿਹੜੇ ਉਹਨਾਂ ਨੇ ਵੀ ਸਮਰਥਨ ਦਿੱਤਾ ਹੈ? ਦੇਖੋ, ਸਾਡਾ ਇੱਕ ਗਰੁੱਪ ਸੀ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਭਲਾ ਹੋਏ, ਪਲੈਟੀਨਮ ਪੈਡ, ਉਹ ਰਿਟਾਇਰ ਅਫਸਰਾਂ ਦਾ ਕੋਈ 100 ਦਾ ਗਰੁੱਪ ਸੀ। ਉਹਦੇ ਵਿੱਚ ਹਰਿਆਣਾ ਦੇ ਰਿਟਾਇਰਡ ਅਫਸਰ ਵੀ ਹੈਗੇ, ਉਹਦੇ 'ਚ ਦਿੱਲੀ ਦੇ ਵੀ ਰਿਟਾਇਰਡ ਅਫਸਰ ਹੈਗੇ। ਜੇ ਮੈਂ ਸਭ ਤੋਂ ਉੱਤੇ ਟੌਪ ਦੇ 'ਚ ਗਿਣਾ ਤਾਂ ਉਸਦੇ 'ਚ ਸਰਦਾਰ ਮਨੋਹਰ ਸਿੰਘ ਗਿੱਲ, ਜਿਹੜੇ ਕਿ ਹੁਣ ਪਤਾਮਿਆਂ ਦੇ ਰੂਪ ਵਿੱਚ ਗਿਣੇ ਜਾਂਦੇ ਆ ਪੰਜਾਬ ਦੇ ਐਡਮਿਨਿਸਟ੍ਰੇਸ਼ਨ ਦੇ। ਉਹਨਾਂ ਤੋਂ ਅੱਗੇ TK ਨਾਇਰ, ਜਿਹੜੇ ਕਿ ਸਰਦਾਰ ਮਨਮੋਹਨ ਸਿੰਘ ਜਦੋਂ ਪ੍ਰਾਈਮ ਮਿਨਿਸਟਰ ਸਨ ਤਾਂ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਸਨ, ਮਤਲਬ ਮੁੱਖ ਸਲਾਹਕਾਰ। ਉਸ ਤੋਂ ਅੱਗੇ ਆ ਗਏ ਸਰਦਾਰ ਸਵਰਨ ਸਿੰਘ ਬੋਪਾਰਾਏ, ਜਿਹੜੇ ਬਹੁਤ ਲੋਕਾਂ ਦੇ ਸਰਦਾਰ ਮਹਿੰਦਰ ਸਿੰਘ ਰੰਧਾਵਾ ਵਾਂਗੂ ਰੋਲ ਮਾਡਲ ਹੈ। ਉਸ ਤੋਂ ਅੱਗੇ ਅਗਲੀ ਜਨਰੇਸ਼ਨ 'ਚ ਸਰਦਾਰ ਰਮੇਸ਼ਿੰਦਰ ਸਿੰਘ ਚੀਫ ਸੈਕਟਰੀ, ਜਿਹੜੇ ਹਰਮਨ ਪਿਆਰੇ ਹੈ। ਸਰਦਾਰ ਜੈ ਸਿੰਘ ਗਿੱਲ, ਉਹਨਾਂ ਤੋਂ ਵੀ ਸੀਨੀਅਰ ਚੀਫ ਸੈਕਟਰੀ। ਸੁਬੋਧ ਅਗਰਵਾਲ ਜੀ, ਜਿਹੜੇ ਇਹਨਾਂ ਤੋਂ ਬਾਅਦ ਵਿੱਚ ਆਏ। ਉਸ ਤੋਂ ਅੱਗੇ ਵੈਸ਼ਨਵ ਸਾਹਿਬ ਤਾਂ ਚਲੇ ਗਏ, ਕਸ਼ਯਪ ਸਾਹਿਬ, ਉਹ ਵੀ ਮਤਲਬ ਉਸ ਪਾਏ ਦੇ IAS ਅਫਸਰ। ਦਿੱਲੀ ਤੋਂ ਅਮਿਤਾਭ ਪਾਂਡੇ, ਜਿਨ੍ਹਾਂ ਦਾ ਕਿ ਨੈਸ਼ਨਲ ਪ੍ਰੈਸ ਦੇ ਵਿੱਚ ਕਿਸਾਨੀ ਦੇ ਮੁੱਦਿਆਂ 'ਤੇ ਇੰਨੇ ਸੋਹਣੇ ਆਰਟੀਕਲ ਆ ਰਹੇ ਹੈ ਕਿ ਜੇ ਉਹਨਾਂ ਨੂੰ ਪੜ੍ਹੋ ਤਾਂ ਤੁਹਾਨੂੰ ਐਂ ਲੱਗੂਗਾ ਕਿ ਇਹ ਤਾਂ ਕਿਸਾਨੀ ਦੀ ਬਾਈਬਲ ਹੀ ਲਿਖੀ ਜਾਂਦੇ। ਅਮਿਤਾਭ ਪਾਂਡੇ, ਮੈਂ ਉਹਨਾਂ ਦਾ ਨਾਮ ਹੈ। ਇਸ ਤੋਂ ਬਿਨਾਂ IFS ਅਫਸਰ ਮਨਬੀਰ ਸਿੰਘ ਸਿੱਧੂ ਵਰਗੇ, ਫਿਰ ਮਹਾਰਾਸ਼ਟਰ ਕਾਡਰ ਦੇ ਕੁਲਜੀਤ ਸਿੰਘ ਸਿੱਧੂ, ਇਹੋ ਜਿਹੇ ਅਫਸਰ। ਤੇ ਅਸੀਂ ਤਾਂ ਅਗਲੇ ਡੰਡੇ 'ਤੇ ਆਉਂਦੇ ਭਰਾ, ਅਸੀਂ ਤਾਂ ਉਹਨਾਂ ਦੇ ਹਾਲਤ ਗੋਡੇ ਗਿੱਟਿਆਂ ਦੇ ਬਰਾਬਰ ਹੈ। ਤਾਂ ਉਹਨਾਂ 100 ਬੰਦਿਆਂ ਦੇ ਵਿੱਚੋਂ ਇਹ ਗੱਲ ਉੱਠੀ, ਕਿਉਂਕਿ ਅਸੀਂ ਸੰਵੇਦਨਾ ਤਾਂ ਸਾਡੇ 'ਚ ਹੈ ਨਾ ਯਾਰ। ਅਸੀਂ ਪੰਜਾਬ ਦੇ ਜੰਮਪਲ ਤਾਂ ਹਾਂ ਨਾ। ਕਿਸਾਨ ਧੀ ਪੁੱਤ ਤੋਂ ਬਿਨਾਂ ਵੀ ਮੈਂ ਤੁਹਾਨੂੰ ਜਿਹੜੇ ਹੁਣ ਨਾਮ ਲਏ ਹੈ, ਆਪਾਂ ਨਹੀਂ ਹੋ ਸਕਦਾ ਉਹਨਾਂ ਦੀ ਜ਼ਮੀਨਾਂ ਹੋਣ, ਫਾਰਮ ਹੋਣ, ਪਰ ਆਪਾਂ ਨਹੀਂ ਸੋਚ ਸਕਦੇ ਵੀ ਇਹ ਇਹਨਾਂ ਦੀਆਂ ਸੁਬੋਧ ਅਗਰਵਾਲ ਜੀ ਦੀਆਂ ਜਾਂ ਅਮਿਤਾਭ ਪਾਂਡੇ ਦਿੱਲੀ ਬੈਠਿਆਂ ਦੇ ਕੋਈ ਖੇਤੀ ਹੋਊਗੀ। ਪਰ ਸੰਵੇਦਨਾ ਨਾਲ 30-35 ਸਾਲ ਜੁੜੇ ਰਹੇ।
ਤਾਂ ਉਹ ਇਸ ਗਰੁੱਪ ਦੇ ਹੁਣ ਭਾਈ ਪਹਿਲਾਂ ਤਾਂ ਬਣਿਆ ਸੀ ਮਨ ਪਰਚਾਵੇ ਲਈ ਜੀ ਤਾਂ ਇੱਕ ਦਿਨ ਬੋਪਾ ਰਾਏ ਸਾਹਿਬ ਦੇ ਕਾਲ ਆਈ ਜੀ ਕਿ ਕੁਲਬੀਰ ਆਪਾਂ ਨੂੰ ਕਿਸਾਨਾਂ ਦੇ ਲਈ ਕੁਝ ਕਰਨਾ ਚਾਹੀਦਾ ਹੈ। ਜੀ ਮੈਂ ਉਹਨਾਂ ਨਾਲ ਕਦੇ ਵੀ ਕਿਤੇ ਕੋਈ ਸਰਵਿਸ ਇਕੱਠੀ ਨਹੀਂ ਕੀਤੀ। ਜੀ ਇੰਨਾ ਜ਼ਰੂਰ ਹੈ ਕਿ ਜਦੋਂ ਮੈਂ ਸਰਵਿਸ ਫਰੀਦਕੋਟ 1974 'ਚ ਸ਼ੁਰੂ ਕੀਤੀ ਬਤੌਰ ਮੈਜਿਸਟ੍ਰੇਟ, ਜੀ ਉਹ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸਨ ਜੀ। ਤੇ ਉਹਨਾਂ ਨੂੰ ਰੋਲ ਮਾਡਲ ਸੀ ਤੇ ਮੈਂ ਨਾਲ ਦੇ ਜ਼ਿਲ੍ਹੇ 'ਚ, ਹੁਣ ਤੁਹਾਨੂੰ ਪਤਾ ਫਰੀਦਕੋਟ ਤੇ ਫਿਰੋਜ਼ਪੁਰ ਦਾ ਫਰਕ ਕਿੰਨਾ ਕੁ ਹੈ, ਕੋਈ ਫਰਕ ਹੈ ਹੀ ਨਹੀਂ। ਕੋਈ ਹੈ ਹੀ ਨਹੀਂ ਫਰਕ। ਸਾਰਾ ਕੁੱਲ 25 ਕਿਲੋਮੀਟਰ ਹਾਂਜੀ। ਤੇ 12 ਕਿਲੋਮੀਟਰ ਦੇ ਗੋਲੇਵਾਲ ਸਾਡੀ ਹੱਦ। ਜੀ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਆਉਣੀਆਂ ਸੀ ਜੀ 31 ਜੁਲਾਈ 1974 ਨੂੰ। ਜੀ ਉਦੋਂ ਤੋਂ ਮੈਂ ਉਹਨਾਂ ਦੇ ਨਜ਼ਦੀਕ ਹੋ ਗਿਆ। ਉਹ ਸੀਨੀਅਰ ਸੀ ਜੀ। ਤੇ ਮੈਂ ਹੀ ਨਜ਼ਦੀਕ ਹੋਣਾ ਅੱਛਾ, ਸੀ। ਇਸ ਅੱਛਾ, ਮੈਂ ਜੀ। ਇੱਥੇ ਗੱਲ ਤੁਹਾਨੂੰ ਦੱਸਣ ਲੱਗਾ। ਹੂੰ, ਉਹਨਾਂ ਨੇ ਮੈਨੂੰ ਪ੍ਰੇਰਿਆ ਜੀ ਤੇ ਉਸ ਪ੍ਰੇਰਨਾ ਦੇ ਨਾਲ ਉਹਨਾਂ ਨੇ ਮੈਨੂੰ ਕਿਹਾ ਕਿ ਰਾਜੇਵਾਲ ਸਾਹਿਬ ਨਾਲ ਕੰਟੈਕਟ ਕਰੋ, ਅੱਛਾ। ਉਹਨਾਂ ਨੂੰ ਕੀ ਮਦਦ ਚਾਹੀਦੀ ਹੈ। ਹੂੰ, ਹੂੰ, ਤਾਂ ਰਾਜੇਵਾਲ ਸਾਹਿਬ ਨੇ ਪੈਂਦੀ ਸੱਟੇ ਜਿਹੜੀ ਮੇਰੀ ਸਾਰੀ ਗੱਲ ਸੁਣ ਕੇ, ਕਿਉਂਕਿ ਵਾਕਈ ਤਾਂ ਪਿਛਲੇ 25 30 ਸਾਲ ਤੋਂ ਜਦੋਂ DC ਕਮਿਸ਼ਨਰ ਸੀ, ਜੀ ਇਹ ਕਿਸਾਨ ਯੂਨੀਅਨਾਂ ਦਾ ਨਿੱਤ ਕਦੇ ਪ੍ਰੋਕਿਉਰਮੈਂਟ ਪਿੱਛੇ ਡੰਡਾ ਖੜਕਦਾ ਸੀ, ਜੀ ਕਦੇ ਬਾਰਦਾਨਾ ਨਹੀਂ ਆਇਆ, ਕਦੇ ਪੇਮੈਂਟ ਨਹੀਂ ਹੋਈ। ਤਾਂ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡੀ ਕੀ ਮਦਦ ਕਰੀਏ। ਜੀ ਉਹ ਕਹਿੰਦੇ ਹਾੜੇ ਜੀ। ਇੱਕ ਤਾਂ ਪੈਸੇ ਦੀ ਮਦਦ ਨਾ ਭੇਜਿਓ ਤੁਸੀਂ। ਅੱਛਾ, ਰਾਜੇਵਾਲ ਸਾਹਿਬ ਨੇ ਕਿਹਾ। ਜੀ। ਜੀ ਤਾਂ ਮੈਂ ਆਖਿਆ ਜੀ ਫਿਰ ਹੋਰ ਕੀ ਮਦਦ ਕਰਨ ਜੋਗੇ ਅਸੀਂ। ਉਹ ਕਹਿੰਦੇ ਨਹੀਂ, ਤੁਸੀਂ ਆਪਣੇ ਭੈਣ ਭਾਈਆਂ ਨੂੰ ਵੀ ਕਹਿ ਦਿਓ ਮਦਦ ਨਾ ਭੇਜੋ। ਹਾਂ, ਤੁਸੀਂ ਸਾਨੂੰ ਵਿਚਾਰਾਂ ਦੀ ਮਦਦ ਦਿਓ। ਹਾਂ, ਇਹ ਸਭ ਤੋਂ ਵੱਡੀ ਗੱਲ ਹੈ। ਹਾਂਜੀ। ਤਾਂ ਇੱਥੋਂ ਜੀ ਇਹ ਸਾਡਾ ਗਰੁੱਪ ਜੀ ਉਹਨਾਂ ਨੂੰ ਸਮਰਪਿਤ ਹੋ ਗਿਆ। ਅਸੀਂ ਇੱਕ ਮੀਟਿੰਗ ਕਰਕੇ ਰੈਗੂਲਰ ਤੌਰ ਦੇ ਉੱਤੇ ਇਸ ਦੀ ਨਿਊਜ਼ ਵਿੱਚ ਵੀ ਆਏ। ਜੀ ਫਿਰ ਸੋਚਿਆ ਕੀ ਦਿੱਤਾ ਜਾਵੇ। ਜੀ ਉੱਥੇ ਮਨ ਪਰਚਾਵੇ ਲਈ ਵੀ ਤੇ ਕੁਝ ਵਿਵੇਕ ਲਈ, ਜੀ ਕੁਝ ਗਿਆਨ ਦੇ ਪੱਖੋਂ। ਜੀ ਫਿਰ ਸੋਚਿਆ ਕਿ 2 ਲੱਖ ਰੁਪਏ ਦੀਆਂ 7,000 ਕਿਤਾਬਾਂ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਜੀ। ਤੇ ਪੰਜਾਬੀ ਯੂਨੀਵਰਸਿਟੀ ਤੋਂ। ਬਿਲਕੁਲ, ਮੀਡੀਆ 'ਚ ਇਹਦੀ ਵੀ ਚਰਚਾ ਹੋਈ ਸੀ ਵੀ 7000 ਦੇ ਕਰੀਬ ਜਿਹੜੀਆਂ ਕਿਤਾਬਾਂ ਹੈ ਉੱਥੇ ਪਹੁੰਚਾਈਆਂ ਗਈਆਂ ਜੀ। ਉਹਦਾ ਸੋਰਸ ਦੇਖੋ, ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਜੀ ਜਿਹੜੀ ਕਿ ਕਿਸਾਨਾਂ ਤੇ ਕਿਸਾਨਾਂ ਦੀਆਂ ਜਿਹੜੀਆਂ ਸੁਆਣੀਆਂ ਜੀ ਉਹਨਾਂ ਦੇ ਇਹੋ ਜਿਹੇ ਨੁਸਖੇ, ਇਹੋ ਜਿਹੇ ਦਾਲਾਂ ਸਬਜ਼ੀਆਂ ਬਣਾਉਣ ਦੇ, ਦਾਲਾਂ ਸਬਜ਼ੀਆਂ ਉਗਾਉਣ ਦੇ ਜੀ। ਨੁਸਖੇ ਹੈ। ਮਤਲਬ ਕਿਸਾਨੀ ਦੇ ਸਰੋਕਾਰਾਂ ਨਾਲ ਜੁੜੀਆਂ ਹੋਈਆਂ ਜੁੜੀਆਂ। ਕਿਤਾਬਾਂ ਜਿਹੜੀਆਂ। ਪੰਜਾਬੀ ਯੂਨੀਵਰਸਿਟੀ ਜਿੱਥੇ ਅਸੀਂ ਬੈਠੇ ਹਾਂ ਜੀ ਪਟਿਆਲਾ ਦੇ, ਇੱਥੋਂ ਦੇ ਇਹਨਾਂ ਨਾਲੋਂ ਹੋਰ ਵੱਧ ਕੌਣ ਦੱਸੇ ਕਿ ਪੰਜਾਬੀ ਸਾਹਿਤ, ਜੀ ਉਹ ਸਾਰੂ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਉਹਨਾਂ ਨੂੰ 7,000 ਪਹੁੰਚਦੀਆਂ ਕਰ ਦਿੱਤੀਆਂ। ਜੀ ਔਰ ਫਿਰ ਹੋਰ ਉਹਨਾਂ ਦੀ ਲੋੜ ਮੁਤਾਬਕ ਜੀ। ਫਿਰ ਦੇਣ ਦਾ ਇਰਾਦਾ ਹੈ ਜੀ। ਅੱਛਾ, ਉੱਥੇ ਜਾਣ ਦਾ ਤੁਹਾਨੂੰ ਖੁਦ ਪਰਸਨਲੀ ਜੀ ਮੈਂ ਗੱਲ ਪੁੱਛਾਂ ਤੇ ਮੌਕਾ ਮਿਲਿਆ ਹੁਣ ਤੱਕ? ਅੱਛਾ, ਉਹ ਉਸ ਦੇ ਵਿੱਚ ਮੈਂ ਦੱਸਦਾ ਕਿ ਸਭ ਤੋਂ ਪਹਿਲਾਂ ਤਾਂ ਸਾਡੇ ਸਰਦਾਰ ਇਕਬਾਲ ਸਿੰਘ ਸਿੱਧੂ, ਜੀ ਮੇਰੇ ਲਈ ਤਾਂ ਫਿਰ ਉਹ ਛੋਟੇ ਭਾਈਆਂ ਵਰਗੇ ਹੈ। ਜੀ ਅੱਛਾ, ਤੇ ਉਹ ਮੈਂ ਇਸ ਗੱਲ ਨੂੰ ਨਾਲ ਨਾਲ ਥੋੜ੍ਹਾ ਜਿੰਨੇ ਕੁ ਮੈਨੂੰ ਗਿਆਨ ਹੈ ਮੈਂ ਦੱਸੂੰਗਾ। ਜੀ ਉਹ ਜਨਾਬ ਮੁਦਕੀ ਦੇ ਨਾਲ ਫੇਰੂ ਸ਼ਹਿਰ, ਜਿੱਥੇ ਐਂਗਲੋ ਸਿੱਖ ਵਾਰ ਹੋਏ, ਫਿਰੋਜ਼ਸ਼ਾਹ ਜੀ। ਉਹ ਉੱਥੋਂ ਦੇ ਨੇ। ਜੀ ਤਾਂ ਉਹ ਸਾਡੇ ਬਿਨਾਂ ਪੁੱਛੇ ਤੋਂ ਹੀ, ਹਾਂ ਉਹਨਾਂ ਨੇ ਮੈਨੂੰ ਸਲਾਹ ਪੁੱਛੀ ਤੇ ਮੈਂ ਸੱਚੀ ਗੱਲ ਹੈ, ਮੈਂ ਉਹਨਾਂ ਨੂੰ ਕਿਹਾ ਭਰਾ ਮੈਂ ਇਸ ਉਮਰ ਦੇ ਵਿੱਚ ਇੱਕ ਖੜੋਤ ਆ ਗਈ ਹੈ, ਫਿਜ਼ੀਕਲ ਕਮਜ਼ੋਰੀ ਹੈ ਜੀ ਕਿ ਐਡਾ ਸ਼ਾਇਦ 11 ਕਿਲੋਮੀਟਰ ਪਤਾ ਲੱਗਾ ਸੀ ਤੁਰ ਕੇ ਜਾਣਾ ਪੈਂਦਾ ਹੈ ਜੀ। ਪਿੱਛੇ ਇੰਨਾ ਦੂਰ ਤੱਕ, ਹਾਂ ਆਪਣੀ ਉੱਥੇ ਵਸੋਂ ਹੋ ਗਈ ਬਸ ਹੈ। ਹੋ ਗਈ, ਇੱਕ ਪੂਰਾ ਅੱਛਾ। ਪੰਜਾਬ ਵਸਿਆ ਤਾਂ ਹੋਇਆ। ਮੈਂ ਨਹੀਂ ਜਾ ਸਕਿਆ। ਜੀ, ਜੀ, ਉਹ ਪਹਿਲੇ ਹੱਲੇ ਹੀ ਜੀ 3 ਲੱਖ ਰੁਪਈਆ, ਉਹਦੇ ਵਿੱਚ ਹੁਣ IAS ਨਹੀਂ, ਅੱਛਾ। ਉਹ ਸਾਡੇ ਹੀ ਭੈਣ ਭਾਈ ਚਰਨਜੀਤ ਬਾਈਆ, ਹਾਂਜੀ ਹਾਂਜੀ ਪਰਮੇਸ਼ਰ, ਇਹ ਕੋਆਪਰੇਟਿਵ ਡਿਪਾਰਟਮੈਂਟ ਦੇ ਮਿਨਿਸਟਰ ਐਮਪਲਾਈ ਰਹੇ ਨੇ। ਜੀ ਇਹਨਾਂ ਨੇ ਆਪਣਾ ਇੱਕ ਛੋਟਾ ਗਰੁੱਪ 3 ਲੱਖ ਰੁਪਏ ਦਾ ਮੋਬਾਈਲ ਟਾਇਲਟਸ ਜੀ। ਤੇ ਉਹਨਾਂ ਨੂੰ ਗੱਦੇ ਵਗੈਰਾ ਦੇ ਕੇ ਆਏ। ਇਹ ਚੀਜ਼ ਅਪਲੋਡ ਤੇ ਠੀਕ ਹੈ। ਉਹਨਾਂ ਨੇ ਆ ਕੇ ਫਿਰ ਸਾਨੂੰ ਪ੍ਰੇਰਿਆ ਵੀ ਨਹੀਂ 11 ਕਿਲੋਮੀਟਰ ਨਹੀਂ ਤੁਰਨਾ ਪੈਂਦਾ, 2 ਕਿਲੋਮੀਟਰ ਤੁਰਨਾ ਪੈਂਦਾ। ਜੀ 2 ਲਈ ਮੈਂ, ਬੋਪਾ ਰਾਏ ਸਾਹਿਬ, RI ਸਿੰਘ ਸਾਹਿਬ, ਹਰਕੇਸ਼ ਸਿੱਧੂ, ਪਿਰਥੀ ਚੰਦ, ਜੀ ਲੱਦੜ ਸਾਹਿਬ, ਅਸੀਂ ਤਿਆਰ ਹੋ ਗਏ ਭਾਈ। ਉੱਥੋਂ ਫਿਰ ਉਹਨਾਂ ਦਾ ਟੈਲੀਫੋਨ ਆਇਆ ਪਰਮਿੰਦਰ ਸਿੰਘ ਚਲਾਕੀ ਦਾ, ਜੀ ਉਹ ਡਾਇਰੈਕਟਰ
ਸ਼ੂਗਰਫੈਡ ਵੀ ਰਹੇ ਨੇ ਜਿੱਥੇ ਮੈਂ ਐਮਡੀ ਰਿਹਾ। ਜੀ ਉਹਨਾਂ ਨੇ ਕਿਹਾ ਜੀ ਕਿ ਰਾਜੇਵਾਲ ਸਾਹਿਬ ਕਹਿੰਦੇ ਆ ਜੀ ਕਿ ਤੁਸੀਂ ਸਾਡੇ ਸਾਰੇ ਪੰਜਾਬ ਵਿੱਚ ਸਤਿਕਾਰਤ ਰਹੇ ਹੋ, ਜੀ ਸਤਿਕਾਰਤ ਹੋ, ਜੀ ਇਸ ਲਈ ਮੈਂ ਤੁਹਾਨੂੰ ਕਹੂੰਗਾ ਕਿ ਤੁਸੀਂ ਉਦੋਂ ਆਓ ਜੀ ਜਦੋਂ ਅਸੀਂ ਤੁਹਾਨੂੰ ਪ੍ਰੋਪਰ ਆਪਣੇ ਨਾਲ ਆਪਣੇ ਸਤਿਕਾਰਤ ਬੰਦਿਆਂ ਦੇ ਤੌਰ ਤੇ ਤੁਹਾਨੂੰ ਬਰਾਬਰ ਬਿਠਾ ਸਕੀਏ। ਤੇ ਹੁਣ ਤੱਕ ਤਾਂ ਸਾਡਾ ਭੂਤਨੀ ਭੁੱਲੀ ਹੋਈ ਹੈ ਮੀਟਿੰਗਾਂ ਦੇ ਵਿੱਚ, ਤੇ ਮੀਟਿੰਗਾਂ ਦਾ ਉੱਥੇ ਮੇਰੇ ਵੀਰ ਮਹਾਭਾਰਤ ਚੱਲ ਰਿਹਾ। ਬਿਲਕੁਲ। ਹਾਂਜੀ, ਪਰ ਇਹ ਸਿੱਧੂ ਸਾਹਿਬ ਮੈਨੂੰ ਇਹ ਲੱਗਦਾ ਕਿ ਬਹੁਤ ਸੋਹਣੀ ਗੱਲ ਹੈ, ਕਿਉਂਕਿ ਤਮਾਮ ਉਮਰ ਦੇ ਤੁਹਾਡੇ ਤਜਰਬੇ ਔਰ ਉਹ ਵੀ ਇਸ ਤਰ੍ਹਾਂ ਦੇ ਉੱਚ ਅਹੁਦੇ ਦੇ ਉੱਤੇ, ਔਰ ਤੁਸੀਂ ਸਾਰੀ ਉਹ ਚੀਜ਼ ਖਾਸ ਤੌਰ ਤੇ ਅਗਰ ਅਸੀਂ ਇੱਕ ਗੱਲ ਕਰਦੇ ਹਾਂ ਕਿ ਡਿਪਟੀ ਕਮਿਸ਼ਨਰ ਹੈ, ਉਹਨੂੰ ਆਪਣੇ ਇਲਾਕੇ ਦੇ ਪਿੰਡਾਂ ਦੀ ਵੀ ਪੂਰੀ ਜਾਣਕਾਰੀ ਹੁੰਦੀ ਹੈ। ਜੇ ਮੈਂ ਤੁਹਾਡੇ ਇੱਕ ਹੋਰ ਪੱਖ ਦੀ ਗੱਲ ਕਰ ਰਿਹਾ ਕਿ ਤੁਸੀਂ ਇੱਕ ਕਿਤਾਬ ਲਿਖੀ ਸੀਗੀ, ਜੀ ਉਹਦਾ ਮੈਂ ਕਹਾਂ ਸਪਤ ਸਿੰਧੂ ਤੋਂ ਸਰਸਵਤੀ ਤੱਕ, ਉਹਦੇ ਵਿੱਚ ਵੀ ਹਵਾਲਾ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਹੈਗਾ ਕਿ ਸਿੱਧੂ ਸਾਹਿਬ ਨੇ ਹਵਾਲਾ ਦਿੱਤਾ ਸੀ ਕਿ ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਉਸ ਸਮੇਂ ਜਿਹੜੀ ਪਿੰਡਾਂ ਦੀ ਬਣਤਰ ਕੀ ਸੀ, ਕਿਉਂਕਿ ਜਦੋਂ ਅੰਗਰੇਜ਼ ਡਿਪਟੀ ਕਮਿਸ਼ਨਰ ਆਉਂਦੇ ਸੀ ਔਰ ਉਹਨਾਂ ਨੂੰ ਪਤਾ ਹੁੰਦਾ ਸੀ ਆਪਣੇ ਇਲਾਕੇ ਦੀ ਨਿੱਕੀ ਨਿੱਕੀ ਗੱਲ, ਨਿੱਕੀ ਨਿੱਕੀ ਜਿਹੜਾ ਹੈਗਾ ਕਿਹੜੇ ਪਿੰਡ ਦੀ ਕਿੰਨੀ ਜ਼ਮੀਨ ਆ, ਉਹ ਸਾਰਾ ਕੁਛ ਆ। ਤੇ ਤੁਹਾਡੇ ਤੋਂ ਬਾਅਦ ਮੇਰੇ ਖਿਆਲ ਵੀ ਇਸ ਕਿਤਾਬ ਲਿਖਣ ਨਾਲ ਏਡੀ ਲੰਬੀ ਰਿਸਰਚ ਵੀ ਸੀਗੀ, ਕੋਈ ਨਹੀਂ ਜਾਣਦਾ ਹੋਣਾ। ਤੁਹਾਨੂੰ ਕਿਸ ਤਰ੍ਹਾਂ ਇਹ ਲੱਗਦਾ ਹੈ ਕਿ ਕੀ ਬਣੂਗਾ ਔਰ ਕਿਸ ਤਰੀਕੇ ਨਾਲ ਜਿਹੜਾ ਇਹ ਕਿਸਾਨੀ ਅੰਦੋਲਨ ਚੱਲ ਰਿਹਾ? ਨਹੀਂ, ਜਿਹੜਾ ਤੁਸੀਂ ਉਹ ਗੱਲ ਕਰਦੇ ਨਾ, ਜੀ ਅੰਗਰੇਜ਼ ਵੇਲੇ ਜਿਹੜਾ ਡਿਪਟੀ ਕਮਿਸ਼ਨਰ ਸੀ, ਪਹਿਲਾਂ ਤੇ ਇਸ ਨੂੰ ਸਮਝੋ, ਉਹ ਹੁੰਦਾ ਸੀ ਸਟੀਲ ਫਰੇਮ। ਜੀ ਸਟੀਲ ਫਰੇਮ ਦਾ ਮਤਲਬ ਇਹ ਸੀ ਕਿ 7 ਸਮੁੰਦਰੋਂ ਪਾਰ ਬੈਠੇ ਵੀ ਜੀ ਉਹ ਇਸ ਬਿਊਰੋਕ੍ਰੇਸੀ ਦੇ ਸਿਰ ਤੇ ਜੀ ਆਪਣਾ ਝੰਡਾ ਚਲਾ ਗਏ। ਜੀ ਉਸ ਤੋਂ ਬਾਅਦ ਫਿਰ ਇੱਕ ਆਜ਼ਾਦੀ ਤੋਂ ਬਾਅਦ ਦਾ ਸਮਾਂ ਆਇਆ। ਜੀ ICS ਸਰਦਾਰ ਕਪੂਰ ਸਿੰਘ, ਸਰਦਾਰ ਤਰਲੋਕ ਸਿੰਘ, ਜਿਨ੍ਹਾਂ ਨੇ ਕੰਸੋਲੀਡੇਸ਼ਨ ਦੇ ਹੈਡ ਕੀਤਾ, ਸਾਰੇ ਐਡੀ ਵੱਡੇ ਜੀ ਦੋਵਾਂ ਮੁਲਕਾਂ ਦੀ ਕੰਸੋਲੀਡੇਸ਼ਨ, ਜੀ ਰਿਹੈਬਿਲਿਟੇਸ਼ਨ, ਮਹਿੰਦਰ ਸਿੰਘ ਰੰਧਾਵਾ, ਇਹੋ ਜਿਹੇ ਸੱਜਣ ਆਏ। ਜੀ ਉਹ ਸੱਜਣਾ ਦੇ ਤਾਂ ਫਿਰ ਮੈਂ ਕਹਿੰਦਾ ਵੀ ਅਸੀਂ ਗੋਡੇ ਗਿੱਟੀ ਵੀ ਨਹੀਂ ਲੱਗਦੇ, ਉਹਨਾਂ ਦੇ ਤਾਂ ਅਸੀਂ ਗੋਡਿਆਂ ਜਿੱਡੇ ਵੀ ਨਹੀਂ। ਸਰਦਾਰ ਮਹਿੰਦਰ ਸਿੰਘ ਰੰਧਾਵਾ ਦਾ ਰੋਲ ਉਸ ਪਾਸੇ ਜਿਹੜਾ ਉਹਨਾਂ ਦਾ ਪਿੰਡਾਂ ਦੀ ਸੁੱਧ-ਬੁੱਧ ਲਈ, ਖੇਤੀਬਾੜੀ ਦੀ ਸੁੱਧ-ਬੁੱਧ ਲਈ, ਉਹ ਇਹਦੇ ਵਿੱਚ ਰਹੇ, ਆਪਣੇ ਰੱਬ ਸੁੱਖ ਰੱਖੇ, ਐਗਰੀਕਲਚਰ ਯੂਨੀਵਰਸਿਟੀ ਦੇ VC ਵੀ ਰਹੇ, ਜੀ ਆਲ ਰਾਊਂਡਰ। ਉਸ ਤੋਂ ਬਾਅਦ ਆ ਜਾਂਦਾ ਬੋਪਾ ਰਾਏ ਸਾਹਿਬ ਹੋਰਾਂ ਦਾ ਪੀਰੀਅਡ। ਇੱਥੇ ਮੈਂ ਇੱਕ ਗੱਲ ਹੋਰ ਕਲੀਅਰ ਕਰ ਦਿੰਦਾ ਕਿ ਜੇ ਤੁਸੀਂ ਕਹੋ ਨਾ ਕਿ ਜਦੋਂ ਅਸੀਂ ਸਰਵਿਸ ਦੇ ਵਿੱਚ ਹੁੰਦੇ ਸੀ ਤੇ ਅਸੀਂ ਜੋ ਸਾਡੇ ਆਕਾ, ਜੋ ਸਾਡੇ ਪੋਲੀਟੀਕਲ ਲੀਡਰ ਕਹਿੰਦੇ ਸੀ, ਚੱਲਦੀ ਤਾਂ ਮੇਰੇ ਵੀਰ ਉਹਨਾਂ ਦੀ ਸੀ। ਸਾਡਾ ਸੰਵਿਧਾਨ ਦੇ ਵਿੱਚ ਦੇ ਆਰ ਸੁਪੀਰੀਅਰ, ਮਚ ਸੁਪੀਰੀਅਰ। ਅੱਛਾ, ਪਰ ਜਿੱਥੇ ਕਿਤੇ ਲੋੜ ਪਈ ਹੈ, ਸਰਦਾਰ ਮਨੋਹਰ ਸਿੰਘ ਗਿੱਲ ਜਨਾਬ, ਉਹਨਾਂ ਨੇ ਆ ਤੁਹਾਡਾ ਮੰਡੀ ਸਿਸਟਮ ਹੈ ਜਿਹੜਾ, ਇਹ ਉਹਨਾਂ ਦੀ ਦੇਣ ਹੈ। ਹਾਂ, ਉਹ ਉਸ ਵੇਲੇ ਦੇ ਸਮੇਂ ਦੇ ਹਾਣੀ ਹੈ। ਮੇਰਾ ਕਹਿਣ ਦਾ ਮਤਲਬ ਉਦੋਂ ਵੀ ਅਸੀਂ ਸਾਰੇ ਯੈਸ ਸਰ ਨਹੀਂ ਸੀ। ਬੋਪਾ ਰਾਏ ਸਾਹਿਬ ਦੇ ਅਜੇ ਤੱਕ ਜਾਣਿਆ ਜਾਂਦਾ ਹੈ ਕਿ ਬੋਪਾ ਰਾਏ ਸਾਹਿਬ ਨੇ ਜਿਹੜਾ ਪਾਣੀਆਂ ਦੇ ਉੱਤੇ ਆਪਣੀ ਰਾਏ ਦਿੱਤੀ ਸੀ, ਉਹ ਮੰਨੀ ਗਈ ਜਾਂ ਨਹੀਂ ਗਈ, ਪਰ ਆਪਣੀ ਰਾਏ ਦਿੱਤੀ ਬੇਬਾਕੀ ਨੇ। ਲਖਨਪਾਲ ਹੋਰਾਂ ਨੇ ਪਾਣੀਆਂ ਦਾ 2004 'ਚ ਜਦੋਂ ਮਹਾਰਾਜਾ ਅਮਰਿੰਦਰ ਸਿੰਘ ਨੇ ਐਬਰੋਗੇਟ ਕੀਤਾ, ਉਦੋਂ ਲਖਨਪਾਲ ਸਾਹਿਬ ਦੀ ਡਰਾਫਟਿੰਗ ਹੈ ਸਾਰੀ, ਜਿਹਦੇ ਉੱਤੇ ਪੰਜਾਬ ਵਿਧਾਨ ਸਭਾ ਨੇ ਬਿੱਲ ਪਾਸ ਕੀਤੇ। ਸਰਦਾਰ ਰਮੇਸ਼ਿੰਦਰ ਸਿੰਘ ਮੰਡੀ ਬੋਰਡ ਦੇ ਵਿੱਚ ਰਿਫਾਰਮਸ, ਇਹ ਮਾਰਕਫੈਡ ਦੇ MD ਰਹੇ ਨੇ, ਜਿਹੜਾ ਸਰਦਾਰ ਜੈ ਸਿੰਘ ਕੋਆਪਰੇਟਿਵ ਸੈਕਟਰੀ ਰਹੇ ਨੇ, CL ਬੈਂਸ ਮਰਹੂਮ ਚਲੇ ਗਏ। ਜੋ ਇਹਨਾਂ ਨੇ ਕੋਆਪਰੇਟਿਵ ਮੂਵਮੈਂਟ ਲਈ, ਜੋ ਇਹਨਾਂ ਨੇ ਮਾਰਕਫੈਡ ਦੇ ਤੇ ਜਿਹੜੀਆਂ ਤੁਹਾਡੀਆਂ ਐਗਰੋ ਤੇ ਦੂਜੀਆਂ ਏਜੰਸੀਆਂ ਦੇ ਲਈ ਪ੍ਰੋਕਿਉਰਮੈਂਟ, ਮੰਡੀ ਬੋਰਡ ਦੇ ਸੁਧਾਰ ਕੀਤੇ ਹੈ, ਫਾਈਲਾਂ ਦੇ ਉੱਤੇ ਮਿਨਿਸਟਰਾਂ ਨਾਲ ਡਿਸਐਗਰੀ ਵੀ ਕਰਦੇ ਰਹੇ ਹਾਂ ਅਸੀਂ ਲੋਕ। ਮੈਂ ਸ਼ੂਗਰਫੈਡ ਦੇ ਵਿੱਚ ਬੈਠਾ, ਸ਼ੂਗਰਫੈਡ ਮਿੱਲਾਂ ਨੂੰ ਵੇਚਣ ਦੇ ਲਈ ਕੈਪਟਨ ਅਮਰਿੰਦਰ ਸਿੰਘ, ਕਿਸੇ ਨੂੰ ਗਵਾਹੀ ਦੀ ਲੋੜ ਨਹੀਂ, ਕੋਈ ਕੁਛ ਨਹੀਂ, ਇਹਨਾਂ ਨੇ ਕਿਹਾ ਕਿ ਮਿੱਲਾਂ ਘਾਟੇ 'ਚ ਜਾ ਰਹੀਆਂ, ਇਹਨਾਂ ਨੂੰ ਸਰਕਾਰਾਂ ਨਹੀਂ ਰੱਖ ਸਕਦੀਆਂ। ਇੱਕ ਪੁਆਇੰਟ ਦੇ ਉੱਤੇ ਛੋਟਾ ਜਿਹਾ MD ਯਾਰ, MD ਦੇ ਉੱਤੇ ਸੈਕਟਰੀ ਤੇ ਫਾਈਨੈਂਸ਼ੀਅਲ ਕਮਿਸ਼ਨਰ, ਉੱਤੇ ਚੀਫ ਸੈਕਟਰੀ, ਉਹਦੇ 'ਤੇ ਮੈਂ ਇਹਨਾਂ ਦੇ ਸਾਰਿਆਂ ਅੱਗੇ ਹੱਥ ਪੈਰ ਬੰਨ੍ਹ ਕੇ 2 ਸਾਲ ਜਿੰਦਰ ਮੈਂ MD ਰਿਹਾ, ਮੈਂ ਉਹ ਫਾਈਲ ਹੀ ਇੱਧਰ ਕਰ ਤੇ ਇੱਧਰ ਕਰ, ਨਾ ਕਰਨ ਦੀ ਤਾਂ ਤਾਕਤ ਹੁੰਦੀ ਨਹੀਂ। ਤੇ 2 ਸਾਲ ਮਿੱਲਾਂ ਨਹੀਂ ਵਿਕਣ ਦਿੱਤੀਆਂ, ਸਾਰੇ ਔਨ ਰਿਕਾਰਡ ਹੈ।
ਇਹ ਮੈਂ ਇਸ ਐਂਗਲ ਤੋਂ ਦੱਸਦਾ ਵੀ ਇੱਕਦਮ ਰਿਟਾਇਰਮੈਂਟ ਤੋਂ ਬਾਅਦ ਨਹੀਂ ਅਸੀਂ ਆਜ਼ਾਦ ਹੋਏ। ਅਸੀਂ ਮਾਨਸਿਕ ਤੌਰ ਤੇ ਪਹਿਲਾਂ ਵੀ ਆਜ਼ਾਦ ਰਹੇ ਹਾਂ ਤੇ ਕੰਟਰੀਬਿਊਸ਼ਨ ਕਰਦੇ ਰਹੇ ਹਾਂ ਜੀ। ਅੱਛਾ, ਮਤਲਬ ਉਸ ਤੋਂ ਬਾਅਦ ਵੀ ਇਹ ਗੱਲ ਤਾਂ ਉੱਥੇ ਵੀ ਆ ਗਈ ਨਾ ਕਿ ਕਿਤੇ ਇਹ ਵੀ ਤਾਂ ਨਹੀਂ ਕਿਤੇ ਅੰਦਰ ਖਾਤੇ ਸਰਕਾਰ ਵੱਲੋਂ ਇਹ ਇੱਕ ਤਰ੍ਹਾਂ ਦਾ ਜਿਹੜਾ ਹੁਣ ਉਹ ਤੌਖਲਾ ਖਤਮ ਹੋ ਚੁੱਕਿਆ ਕਿ ਹੁਣ ਤੁਸੀਂ ਜਿਵੇਂ ਸਮਰਥਨ ਦਿੱਤਾ ਹੈ, ਇਸ ਬਾਰੇ ਕੀ ਕਹੋਗੇ? ਸਰਕਾਰ ਬਾਰੇ ਰਿਪੀਟ ਕਰਿਓ। ਵੀ ਸਰਕਾਰ ਦਾ ਜਿਵੇਂ ਹੁਣ ਤੁਸੀਂ ਕਹਿ ਰਹੇ ਸੀ ਵੀ ਇੱਕੋ ਦਮ ਆਜ਼ਾਦ ਨਹੀਂ ਹੋਏਗੇ, ਹੁਣ ਤਾਂ ਕੋਈ ਇਹੋ ਜਿਹੀ ਅੜਚਨ ਨਹੀਂ ਜਿਵੇਂ ਸਮਰਥਨ ਦਿੱਤਾ ਹੈ? ਨਹੀਂ, ਹੁਣ ਬੜੀ ਕਲੀਅਰ ਗੱਲ ਹੈ ਜੀ ਕਿ ਆਫਟਰ ਰਿਟਾਇਰਮੈਂਟ ਤੁਸੀਂ ਜਿਹੜੀ ਇੱਕ ਪੁਰਾਣਾ ਜੂੜਾ ਹੁੰਦਾ ਨਾ, ਉਹ ਜਿਹੜਾ ਲਾ ਸਕੇ ਉਹ ਲਾ ਸਕਦਾ ਹੈ। ਤੇ ਜੇ ਕਿਸੇ ਨੇ ਭਾਈ ਪੁਰਾਣਾ ਜੂੜਾ ਫਿਰ ਬਲਦਾਂ ਦਾ ਪੰਜਾਲੀ ਨਹੀਂ ਹੁੰਦੀ ਪਾਈ ਰੱਖਣਾ, ਬਿਲਕੁਲ ਬਿਲਕੁਲ, ਤੇ ਜੇ ਉਹ ਪੰਜਾਲੀ ਪਾਈ ਰੱਖਣੀ ਹੈ, ਜੂੜਾ ਪਾਈ ਰੱਖਣਾ ਤਾਂ ਪਾਈ ਰੱਖੋ। ਤੇ ਅਦਰਵਾਈਜ਼ ਜੇ ਤੁਹਾਨੂੰ ਆਤਮਾ ਦੀ ਆਵਾਜ਼ ਕੋਈ ਸੁਣਦੀ ਹੈ ਤੇ ਹੁਣ ਤੁਸੀਂ ਇੰਨਾ ਫਰਕ ਹੈ, ਪਹਿਲਾਂ ਤੁਸੀਂ ਡੈਸਕ ਦੇ ਉੱਤੇ ਜਿਹੜਾ ਤੁਹਾਡਾ ਵਰਕਿੰਗ ਡੈਸਕ ਸੀ, ਟੇਬਲ ਸੀ, ਉਹਦੇ ਤੇ ਬੈਠ ਕੇ ਕਾਗਜ਼ਾਂ 'ਚ ਰਹਿ ਦਿੰਦੇ ਸੀ। ਹੁਣ ਤੁਸੀਂ ਭਾਈ ਇੱਥੇ ਤੁਹਾਡੇ ਕੋਲ ਕਮਲਜੀਤ ਜੀ ਇੱਥੇ ਆ ਕੇ ਵੀ ਮੈਂ ਦੇ ਰਿਹਾ। ਤੇ ਮੈਨੂੰ ਜੇ ਕਿਤੇ ਕੱਲ੍ਹ ਨੂੰ ਕਿਉਂ ਹਰਕੇਸ਼ ਸਿੰਘ ਉਹਨਾਂ ਦੇ ਬਾਰੇ ਤੁਸੀਂ ਗੱਲ ਕੀਤੀ, ਇਹ ਇੱਥੇ ਸੰਗਰੂਰ, ਪਟਿਆਲਾ, ਕਪੂਰਥਲਾ ਦੇ DC ਰਹੇ ਨੇ, ਹਰਕੇਸ਼ ਸਿੰਘ ਸਿੱਧੂ ਸਾਹਿਬ ਜਾਣੇ ਜਾਂਦੇ ਬੰਦੇ। ਅੱਛਾ, ਉਹਨਾਂ ਦੀ ਸਭ ਤੋਂ ਵੱਡੀ ਗੱਲ ਹੈ ਵੀ ਉਹ ਪਿੰਡ ਦੇ ਸਰਪੰਚ ਵੀ ਰਹੇ ਆ ਜੀ। ਅੱਛਾ, ਸਰਪੰਚੀ ਤੋਂ DC ਬਣਿਆ ਬੰਦਾ, ਉਸ ਨੂੰ ਹੁਣ ਪਿੰਡਾਂ ਦੇ ਬਾਰੇ ਕੌਣ ਸਮਝਾਊ? ਹਾਂ ਬਿਲਕੁਲ। ਅੱਛਾ, ਉਹ ਤੇ ਲੱਦੜ ਸਾਹਿਬ ਜੀ ਦਲਿਤ ਸਮਾਜ ਚੋਂ ਆਉਂਦੇ ਨੇ ਜੀ ਬਿਲਕੁਲ, ਉਹ DC ਫਿਰੋਜ਼ਪੁਰ ਰਹੇ ਨੇ। ਹਾਂਜੀ, ਤੇ ਉਹ ਰਿਪਰੈਜ਼ੈਂਟ ਕਿਹਨੂੰ ਕਰ ਰਹੇ ਆ? ਕਿਸਾਨਾਂ ਦੇ ਨਾਲ ਜਿਹੜੇ ਕਿਸਾਨ ਮਜ਼ਦੂਰ ਹੈ ਜੀ, ਕਿਸਾਨੀ ਮਜ਼ਦੂਰ ਹੈ, ਉਹਨਾਂ ਨੂੰ ਰਿਪਰੈਜ਼ੈਂਟ ਕਰ ਰਹੇ ਆ। ਦੋਨੋਂ ਜਾ ਕੇ ਉੱਥੇ ਸਟੇਜ ਤੇ ਬੋਲ ਕੇ ਆਏ ਆ ਜੋ ਕਿਤਾਬਾਂ ਦੇਣਗੇ। ਇਹ ਕਿਤਾਬਾਂ ਫਿਰ ਅਸੀਂ ਇਹਨਾਂ ਦੇ ਰਿਪਰੈਜ਼ੈਂਟੇਟਿਵ ਗਰੁੱਪ ਦੇ ਹੱਥ ਭੇਜਤੀਆਂ। ਉਹ 'ਚ ਪ੍ਰਿਥੀ ਚੰਦ ਹੋਰੀ ਜਿਹੜੇ DC ਗੁਰਦਾਸਪੁਰ ਰਹੇ ਆ। ਅੱਛਾ, ਜੇ ਔਰ ਇਹਨਾਂ ਨੂੰ ਮੈਂ ਇੱਕ ਇਹ ਨਹੀਂ, ਆਈ ਐਮ ਨੀਡਲੈਸ ਟੂ ਫਲੈਟਰ ਦੈਮ, ਉਹਨਾਂ ਦੀ ਬੇਮਤਲਬ ਦੀ ਮੈਂ ਪ੍ਰਸ਼ੰਸਾ ਨਹੀਂ ਕਰੂੰਗਾ। ਜੋ ਦੁਨੀਆ ਨੇ ਦੇਖਿਆ, ਜੋ ਮੈਂ ਦੇਖਿਆ, ਮਿਸ਼ਨਰੀ ਹੁੰਦੇ ਨਾ ਇੱਕ DC ਨੂੰ, ਸਰਦਾਰ ਜੀ ਤੁਸੀਂ ਪਾਣੀ ਦਾ ਗਲਾਸ ਆਪ ਚੁੱਕ ਕੇ ਨਹੀਂ ਪੀਂਦੇ ਦੇਖਦੇ। ਉੱਥੇ GK ਸਿੰਘ ਤੇ ਡਿਪਟੀ ਕਮਿਸ਼ਨਰ ਸਰਾਂ ਡਾਕਟਰ ਕਰਮਜੀਤ ਸਰਾਂ, ਇਹ ਬੰਦੇ ਪੰਜਾਬੀ ਯੂਨੀਵਰਸਿਟੀ ਤੋਂ ਤੁਹਾਡੀਆਂ ਕਿਤਾਬਾਂ ਬਾਇਰ ਵਾਂਗੂ ਲੈ ਕੇ ਗਏ, DC ਵਾਂਗੂ ਨਹੀਂ ਲੈ ਕੇ ਗਏ। ਆਪਣੀਆਂ ਗੱਡੀਆਂ ਦੇ ਵਿੱਚ ਆਪ ਪੈਕਟ ਬੰਨ੍ਹ ਕੇ, ਆਪ ਉਹਨਾਂ ਦੀ ਗੜੀਆਂ ਬੰਨ੍ਹ ਕੇ, ਆਪ ਚੁੱਕ ਕੇ ਤੇ ਉੱਥੇ ਪਹੁੰਚਦੀਆਂ ਕਰਕੇ ਆਏ ਆ। ਐਸੇ ਤਾਂ ਬਹੁਤ ਵੱਡੀ ਸੇਵਾ ਔਰ ਇੰਨਾ ਉਦਮ ਔਰ ਅੰਦਰੋਂ ਭਾਵਨਾ ਸੀ, ਤਾਂ ਹੀ ਤਾਂ ਕਹਿਣ ਦਾ ਮਤਲਬ ਹੈ ਮਿਸ਼ਨਰੀ ਭਾਵਨਾ ਨਾਲ ਲੱਗੇ ਹੋਏ ਲੋਕ ਨੇ ਇਹ। ਜੀ ਬਿਲਕੁਲ ਜੀ। ਸੋ ਮਤਲਬ ਹੁਣ ਇਹ ਹੈ ਕਿ ਆਗਾਮੀ ਸਮੇਂ ਦੇ ਵਿੱਚ ਆਉਣ ਵਾਲੇ 'ਚ ਜਿਵੇਂ ਕਿ ਤੁਸੀਂ ਦੱਸਿਆ ਕਿ ਰਾਜੇਵਾਲ ਸਾਹਿਬ ਕਹਿੰਦੇ ਵੀ ਜਦੋਂ ਲੋੜ ਹੋਊਗੀ ਅਸੀਂ ਉਦੋਂ ਹੀ ਤੁਹਾਨੂੰ ਬੁਲਾਵਾਂਗੇ, ਕਿਉਂਕਿ ਜਿਹੜੀ ਮੈਂ ਗੱਲ ਤਜਰਬੇ ਦੀ ਕੀਤੀ ਸੀਗੀ, ਲੋੜ ਹੈ ਕਿਸਾਨ ਅੰਦੋਲਨ ਦੇ ਵਿੱਚ। ਜਿਵੇਂ ਕਿ ਹੁਣੇ ਭਾਜਪਾ ਆਗੂਆਂ ਦੇ ਬਿਆਨ ਆ ਰਹੇ ਸੀਗੇ ਜੀ, ਇਹ ਅੰਦੋਲਨ ਦੇ ਵਿੱਚ ਆਗੂ ਆ ਸਾਰੇ, ਇਹਨਾਂ ਦੇ ਵਿੱਚ ਕੋਈ ਮੇਨ ਆਗੂ ਹੋਣਾ ਚਾਹੀਦਾ, ਉਹੀ ਆਪਣੀ ਜਿਹੜੀ ਆ ਗੱਲ ਗਾਂਹ ਰੱਖੇ ਸਰਕਾਰ ਨਾਲ, ਉਹ ਵੀ 2 ਜਣੇ ਆ ਰੱਖਣ ਗੱਲ। ਕਿਉਂਕਿ ਮੁਹਿੰਮ ਜਦੋਂ ਕਹਿੰਦੇ ਆ, ਕੱਲ ਜਿਹੜੇ ਬਿਆਨ ਸੀ ਉਹਦੇ ਵਿੱਚ ਇਹੀ ਗੱਲ ਕੀਤੀ ਗਈ ਹੈ ਕਿ ਜਿਹੜੀ ਮੁਹਿੰਮ ਕੋਈ ਤੁਰਦੀ ਆ, ਉਸ ਮੁਹਿੰਮ ਦਾ ਇੱਕ ਆਗੂ ਹੁੰਦਾ ਔਰ ਉਹੀ ਸਾਰਾ ਜਿਹੜਾ ਆ ਗੱਲਬਾਤ ਕਰਦਾ ਤੇ ਉਹ ਮੁਹਿੰਮ ਸਿਰੇ ਚੜ੍ਹਦੀ ਆ, ਕਿਸੇ ਬੰਨੇ ਲੱਗਦੀ ਆ। ਤੁਹਾਡਾ ਕੀ ਕਹਿਣਾ ਕਿ ਹਜੇ ਤੱਕ ਇਸ ਮੁਹਿੰਮ ਦੇ ਬਾਰੇ ਜੋ ਇਹ ਬਿਆਨਬਾਜ਼ੀਆਂ ਕਰ ਰਹੇ ਆ, ਜਾਂ ਜਿਸ ਤਰ੍ਹਾਂ ਤੁਹਾਡੇ ਵਰਗਾ ਸਹਿਯੋਗ ਜਿਹੜਾ ਹੈਗਾ, ਬੁੱਧੀਜੀਵੀ ਵਰਗ ਵੀ ਮੈਂ ਕਹੂੰਗਾ, ਉਹ ਸਹਿਯੋਗ ਜੇ ਅਗਰ ਕਿਸਾਨਾਂ ਨੂੰ ਮਿਲਦਾ ਤੇ ਕੀ ਕਹਿਣਾ ਚਾਹੋਗੇ ਕਿ ਅੰਤ ਕਿਹੋ ਜਿਹਾ? ਦੇਖੋ ਭਾਜੀ, ਜਿਸ ਤਰ੍ਹਾਂ ਤਾਂ ਉਹ ਆਪਾਂ ਕਿਤੇ ਡਿਫਰੈਂਟ ਐਪੀਸੋਡ 'ਚ ਵੀ ਲੈ ਸਕਦੇ ਹਾਂ ਕਿ ਸ਼ੁਰੂਆਤ ਕਿੱਥੋਂ ਹੋਈ। 3 ਐਕਟ ਬਣੇ, ਕਿਸਾਨ ਉਹਨਾਂ ਨੂੰ ਇੱਕ ਸ਼ਬਦ ਵਿੱਚ ਮਾਰੂ ਐਕਟ ਕਹਿੰਦੇ ਆ, ਘਾਤਕ ਐਕਟ ਕਹਿੰਦੇ ਆ। ਸਰਕਾਰ ਉਹਨਾਂ ਨੂੰ ਰਿਫਾਰਮ ਐਕਟ ਕਹਿੰਦੀ ਹੈ, ਵੈਲਫੇਅਰ ਐਕਟ ਕਹਿੰਦੀ ਹੈ। ਗੱਲ ਉੱਥੋਂ ਸ਼ੁਰੂ ਹੋਈ। ਇਹ ਫਿਰ ਪਹੁੰਚ ਗਏ ਜਨਾਬ ਸਰਸੇ ਦੇ ਹਰਿਆਣਾ ਦੇ ਬਾਰਡਰ 'ਤੇ ਦਿੱਲੀ ਜਾਣ ਲੱਗੇ। ਉੱਥੇ ਜੰਗ ਹਿੰਦ ਪੰਜਾਬ ਦਾ ਉੱਥੋਂ ਹੀ ਸ਼ੁਰੂ ਹੋ ਗਿਆ, ਜਿਹੜਾ ਸ਼ਾਹ ਮੁਹੰਮਦ ਨੇ ਐਂਗਲੋ ਸਿੱਖ ਵਾਰ ਦੇ 'ਚ ਕਿਹਾ ਸੀ, ਤੇ ਉਹ ਜੰਗ ਹਿੰਦ ਪੰਜਾਬ ਦਾ ਇੱਥੋਂ ਹੀ ਸ਼ੁਰੂ ਹੋ ਗਿਆ। ਦਿੱਲੀ ਤੱਕ ਜਾਂਦਾ ਜਾਂਦਾ ਉਹ ਮਹਾਭਾਰਤ ਬਣ ਗਿਆ। ਜੇ ਮਹਾਭਾਰਤ
ਨਹੀਂ ਬਣਿਆ ਤਾਂ ਘੱਟੋ ਘੱਟ ਮੀਟਿੰਗਾਂ ਦਾ ਮਹਾਭਾਰਤ ਬਣ ਗਿਆ ਜੀ ਉਹ ਜਿੰਨਾ ਲੰਬਾ ਹੋਈ ਜਾਂਦਾ ਹੈ, ਜੀ ਉਹ ਆਪਾਂ ਡਿਫਰੈਂਟ ਐਪੀਸੋਡ ਲੈ ਲੈਂਦੇ ਹਾਂ। ਜੀ, ਬਿਲਕੁਲ ਤੇ ਉਹਦੇ ਵਿੱਚ ਕੀ ਹੋ ਰਿਹਾ ਹੈ ਕਿ ਜਿਹੜੀ ਵੀ ਕਿਤੇ ਵੈਕਿਊਮ ਹੋ ਜਾਂਦਾ ਨਾ, ਜੀ ਖਿਲਾਅ ਹੋ ਜਾਂਦਾ ਹੈ, ਉੱਥੇ ਹੋਰ ਫੋਰਸਾਂ ਨੂੰ, ਉੱਥੇ ਹੋਰ ਗਰਮ ਹਵਾ ਨੂੰ, ਠੰਡੀ ਹਵਾ ਨੂੰ, ਠੰਡੀਆਂ ਤੱਤੀਆਂ ਹਵਾਵਾਂ ਨੂੰ ਵੜਨ ਦਾ ਚਾਂਸ ਹੋ ਜਾਂਦਾ ਹੈ। ਦਿੱਲੀ ਬਾਰਡਰ ਤੇ ਤਾਂ ਪੀਸਫੁਲ ਹੈ, ਗੁਰੂ ਮਹਾਰਾਜ ਦੀ ਕਲਾ ਵਰਤ ਰਹੀ ਹੈ, ਉਹ 2-3 ਵਾਰੀ ਕਲਾ ਵਰਤੀ ਹੈ ਜੀ, ਜਿਹੜੀ ਰਿਕਾਰਡਡ ਹੈ। ਨਨਕਾਣਾ ਸਾਹਿਬ ਦੇ ਸਾਕੇ ਵੇਲੇ ਜੋ ਗੱਡੀ ਰੋਕੀ ਸੀ, ਉਸ ਵੇਲੇ ਦੇ SS ਅਮੋਲ ਬਹੁਤ ਵੱਡੇ ਰਾਈਟਰ ਹੋਏ ਨੇ ਪੰਜਾਬੀ ਦੇ। ਉਹਨਾਂ ਨੇ ਲਿਖਿਆ ਸੀ ਕਿ ਮੈਂ ਕਦੇ ਮੰਨਦਾ ਨਹੀਂ ਸੀ ਵੀ ਕਲਾ ਕਿਵੇਂ ਵਰਤਦੀ ਹੈ, ਤੇ ਉਹ ਕਹਿੰਦੇ ਜਦੋਂ ਮੈਂ ਨਨਕਾਣੇ ਦਾ ਸਾਕਾ ਪੜ੍ਹਿਆ ਤੇ ਗੱਡੀ ਰੋਕਤੀ, ਅੰਗਰੇਜ਼ ਦੀ ਗੱਡੀ, ਆਪਣੇ 50 ਸਾਲ, ਤਾਂ ਉਹ ਕਹਿੰਦੇ ਵੀ ਮੈਨੂੰ ਉਦੋਂ ਅਹਿਸਾਸ ਹੋਇਆ ਬੁੱਢੇ ਹੋ ਕੇ ਕਿ ਬਾਈ ਵਾਕਈ ਕਲਾ ਵਰਤੀ। 300 ਸਾਲਾ 1999 'ਚ ਮਨਾਇਆ ਗੁਰੂ ਮਹਾਰਾਜ ਦੀ ਕਿਰਪਾ ਨਾਲ। ਬਾਦਲ ਸਾਹਿਬ ਦੀ ਮਿਨਿਸਟਰੀ ਸੀ ਤੇ ਮੈਨੂੰ DC ਦੀ ਸੇਵਾ ਮਿਲ ਗਈ ਤੇ 300 ਸਾਲਾ ਮੈਂ ਮਨਾਇਆ। ਇਨ ਬਰੀਫ ਜਿੰਨੇ ਮੁਖਾਲਫ ਹਾਲਾਤ ਉੱਥੇ ਪੈਦਾ ਹੋ ਗਏ ਆਪਣੀ ਹੀ ਲੀਡਰਸ਼ਿਪ ਵਿੱਚ, ਆਪਣੇ ਹੀ ਮਹਾਪਤਾਮਿਆਂ ਦੇ ਵਿੱਚ, ਭਾਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ, ਟੌੜਾ ਸਾਹਿਬ ਸੀ, ਤਾਂ ਉਸ ਵੇਲੇ ਮੈਂ ਕਲਾ ਵਰਤੀ ਇਹ ਦੇਖੀ ਵੀ ਮੈਂ ਖਟੜਾ ਸਾਹਿਬ, ਰਣਬੀਰ ਸਿੰਘ ਖਟੜਾ ਨੂੰ, ਉਹ SSP ਸਨ, ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਇਹ ਬਜ਼ੁਰਗਾਂ ਨੇ ਨਾ ਚਾਰਜ ਸ਼ੀਟ ਹੋਣਾ, ਨਾ ਇਹਨਾਂ ਨੂੰ ਕੋਈ ਸਜ਼ਾ ਮਿਲਣੀ ਹੈ, ਤੇ ਤੂੰ ਮੈਂ ਨਾ ਵੱਡੇ ਭਲਵਾਨਾਂ 'ਚ ਆਪਾਂ ਰੈਫਰੀਆਂ ਦੀ ਤਰ੍ਹਾਂ ਕੁੱਟੇ ਜਾਣਾ ਤੇ ਆਪਾਂ ਸਿੱਧੇ ਬਣ ਕੇ ਚੱਲੀਏ। ਇੱਕ ਉਦੋਂ ਮੈਂ ਕਲਾ ਵਰਤੀ ਦੇਖੀ ਕਿ ਬਾਦਲ ਸਾਹਿਬ ਦੇ ਸ਼ਬਦਾਂ ਵਿੱਚ ਨਾ ਬੰਦਾ ਪੈਂਚਰ ਹੋਇਆ, ਨਾ ਸਾਈਕਲ ਪੈਂਚਰ ਹੋਇਆ। ਤੀਜੀ ਕਲਾ ਮੈਂ ਹੁਣ ਵਰਤਦੀ ਦੇਖ ਰਿਹਾ ਕਿ 10-12 ਲੱਖ ਦਾ ਕਰਾਊਡ ਹੋਵੇ, ਇੰਨੇ ਪੀਸਫੁਲ ਹੋਣ, ਸਾਡੇ ਨੌਜਵਾਨ ਬੈਰੀਕੇਡ ਹਟਾਉਣ ਤੋਂ ਲੈ ਕੇ ਤੇ ਜਨਾਬ ਉੱਥੇ ਲੋਕਾਂ ਦੀ ਸੇਵਾ ਕਰਦੇ ਹੋਣ ਤੇ ਫੁਲਕੇ ਲਾਉਂਦੇ ਹੋਣ। ਕੈਨੇਡਾ 'ਚ ਤਾਂ ਆਪਣੇ ਨੌਜਵਾਨਾਂ ਨੂੰ ਫੁਲਕੇ ਮਜਬੂਰੀ ਲਾਉਣੇ ਪੈਂਦੇ, ਤੇ ਇੱਥੇ ਉਹ ਸਰਬੱਤ ਦਾ ਲੰਗਰ ਹੈ, ਜਿਹੜਾ ਸਰਬੱਤ ਦੇ ਭਲੇ ਦਾ ਲੰਗਰ ਹੈ, ਉਹ ਚਲਾ ਰਹੇ। ਇੱਥੋਂ ਦੀਆਂ ਸੰਭਾਵਨਾ ਇੱਥੇ ਤਾਂ ਠੀਕ ਹੈ, ਪਰ ਜਿਹੜਾ ਪੰਜਾਬ 'ਚ ਕਿਤੇ ਕਹਿੰਦੇ ਜੀ ਤੀਕਸ਼ਣ ਸੂਦ ਤੇ ਹਰਦੀਪ ਹੋਰਾਂ ਦੇ ਬਿਆਨ ਬੜੇ ਤਿੱਖੇ ਆ ਰਹੇ, ਇਹਨਾਂ ਦੇ ਅੱਗੇ ਘਰਾਂ ਦੇ ਅੱਗੇ ਗੋਹਾ ਸੁੱਟਿਆ ਜਾ ਰਿਹਾ, ਉਹ ਜਿਹੜੀ ਲੜਾਈ ਹੈ ਨਾ ਉਹ ਇੱਧਰ ਨੂੰ ਆਉਣ ਦੀ ਲੱਗਦੀ ਹੈ ਜਿੱਥੇ ਲੜਾਈ ਨਹੀਂ ਹੋਣੀ ਚਾਹੀਦੀ। ਸਾਡਾ ਤਾਂ ਇੱਕ ਮਿਸ਼ਨ ਹੈ, ਸਾਡਾ ਤਾਂ ਇੱਕ ਕ੍ਰਾਂਤੀ ਹੈ, ਤਾਂ ਉੱਥੇ ਅੱਗੇ ਸਾਡੀ ਪੁਲਿਸ ਉਹ ਜਿੱਥੇ ਲੱਗਣੀ 157 ਯਾਰ ਗੋਹਾ ਸੁੱਟਣ ਤੇ 157 ਲੱਗ ਸਕਦੀ, ਉੱਥੇ 307 ਇਰਾਦਾ ਕਤਲ ਲਾਈ ਜਾਂਦੇ। ਅਜੇ ਹੈਰਾਨੀ ਦੀ ਗੱਲ ਹੈ, ਹੈਰਾਨੀ ਦੀ ਗੱਲ ਹੈ। ਪਰ ਦੂਜੇ ਪਾਸੇ ਉਹਨਾਂ ਨੂੰ ਵੀ ਪੁੱਛੋ ਜਿਹੜੇ BJP ਦੇ ਆਪਣੀ ਪਾਰਟੀ ਦੀ ਢੋਲ ਵਜਾਉਣ ਲਈ, ਉਹ ਇਹ ਨਹੀਂ ਸਮਝ ਰਹੇ ਕਿ ਇਹ ਸਮੁੱਚੇ ਪੰਜਾਬ ਦਾ ਮਸਲਾ ਹੈ, ਪਾਰਟੀ ਲੈਵਲ ਤੋਂ ਕਿਤੇ ਉੱਪਰ ਮਸਲਾ ਹੈ। ਤੁਸੀਂ ਸਾਥੋਂ ਕੁਝ ਹੋਰ ਨਹੀਂ ਸੁਣਦੇ ਤੁਹਾਡੇ ਵੱਡੇ ਲੀਡਰ, ਤਾਂ ਘੱਟੋ ਘੱਟ ਹਾਂ ਦਾ ਨਾਅਰਾ ਤਾਂ ਮਾਰ ਦਿਓ ਪੰਜਾਬ ਦੀ ਖਾਤਰ। ਤਾਂ ਇੱਥੋਂ ਦੀਆਂ ਸੰਭਾਵਨਾ ਵੀਰ ਸੱਚੇ ਪਾਤਸ਼ਾਹ ਮਿਹਰ ਕਰੇ ਕਿ ਜਿਸ ਤਰ੍ਹਾਂ ਹੱਠ ਧਰਮੀ ਚੱਲ ਰਹੀ ਹੈ ਸੈਂਟਰ ਦੀ, ਉਸ ਦੇ ਮੁਤਾਬਕ ਕਿਤੇ ਇੱਕ ਅਗਲੀ ਟਰਨ ਜਿਹਨੂੰ ਕਹਿੰਦੇ ਆ ਕੋਈ ਰੂਪ ਨਾ ਧਾਰ ਜਾਵੇ ਜੀ। ਇਹ ਅਰਦਾਸ ਹੈ। ਸੋ ਬਹੁਤ ਸ਼ੁਕਰੀਆ, ਤੁਸੀਂ ਗੱਲਬਾਤ ਲਈ ਸਮਾਂ ਕੱਢਿਆ, ਗੱਲਬਾਤ ਕਰਦੇ ਰਹਾਂਗੇ। ਤੁਸੀਂ ਸੁਣਿਆ ਸਰਦਾਰ ਕੁਲਬੀਰ ਸਿੰਘ ਸਿੱਧੂ ਹੋਰਾਂ ਨੂੰ, ਔਰ ਜਿਹੜਾ ਗੱਲ ਕਰ ਰਿਹਾ ਸੀ ਕਿ ਜਿਹੜੇ ਰਿਟਾਇਰਡ IAS ਅਫਸਰ ਨੇ ਉਹਨਾਂ ਨੇ ਸਾਰਿਆਂ ਨੇ ਸਮਰਥਨ ਦਿੱਤਾ ਹੈ ਕਿਸਾਨ ਅੰਦੋਲਨ ਨੂੰ। ਸੋ ਸਿੱਧੂ ਸਾਹਿਬ ਸਾਡੇ ਮਹਿਮਾਨ ਆਉਣ ਵਾਲੇ ਪ੍ਰੋਗਰਾਮਾਂ ਵਿੱਚ ਵੀ ਰਹਿਣਗੇ, ਗੱਲਬਾਤ ਹੁੰਦੀ ਰਹੇਗੀ। ਸੋ ਆਗਾਮੀ ਪ੍ਰੋਗਰਾਮ ਵਿੱਚ ਵੀ ਇਹਨਾਂ ਨਾਲ ਗੱਲਬਾਤ ਕਰਾਂਗੇ। ਕਿਹੋ ਜਿਹਾ ਲੱਗਿਆ ਤੁਹਾਨੂੰ ਸਾਡਾ ਇਹ ਪ੍ਰੋਗਰਾਮ, ਤੁਸੀਂ ਜ਼ਰੂਰ ਕਮੈਂਟ ਬਾਕਸ ਵਿੱਚ ਇਹਦੇ ਬਾਰੇ ਦੱਸਣਾ। ਸੋ ਦਿਓ ਆ ਗਿਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।